ਚੰਨੀ ਕੋਈ 36 ਬੰਦੇ ਦੱਸਦੇ ਲਿਆ ਕਿ ਮੁੱਖ ਮੰਤਰੀ ਸਾਡੇ ਪੰਜਾਬ ਦਾ ਵੀ ਆਹ 36 ਬੰਦੇ ਜਿਹੜੇ ਮੈਂ ਪੱਕੇ ਕੀਤੇ ਆ। ਇੱਕ 36000 ਬੰਦਿਆਂ ਦੀ ਐਡ ਪੂਰੇ ਪੰਜਾਬ ਦੇ ਵਿੱਚ ਲਗਾਤੀ ਹੈ ਵੀ 36000 ਕੱਚੇ ਮੁਲਾਜ਼ਮ ਪੱਕੇ ਕੀਤੇ, ਔਰ ਉਸ ਐਡ ਦੇ ਉੱਤੇ ਉਸ ਚੀਜ਼ ਨੂੰ ਚਮਕਾਉਣ ਦੇ ਲਈ ਪੰਜਾਬ ਸਰਕਾਰ ਦਾ 10,000 ਕਰੋੜ ਰੁਪਈਆ ਲੱਗ ਪਿਆ। ਇਹ ਤਾਂ ਸਰਕਾਰਾਂ ਚਾਹੇ ਦਿੱਲੀ ਦੇ ਵਿੱਚ ਕੇਜਰੀਵਾਲ ਆ, ਚਾਹੇ ਪੰਜਾਬ ਦੇ ਵਿੱਚ ਚੰਨੀ ਆ, ਸਰਕਾਰੀ ਖਜ਼ਾਨੇ ਦੀ ਰੱਜ ਕੇ ਲੁੱਟ ਖਸੁੱਟ ਕਰਦੇ। ਕੀ ਹੈ ਕਿ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਫਲੈਕਸ ਲਾਉਣ ਦਾ ਕੰਮ। ਬਿਲਕੁਲ ਚੰਨੀ, ਬਿਲਕੁਲ ਫਲੈਕਸ। ਚੰਨੀ ਨੂੰ ਇਸ ਟਾਈਮ ਇੱਕ ਮੌਕਾ ਮਿਲਿਆ ਹੈ, ਜਿਸ ਤਰ੍ਹਾਂ ਘਰਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਲੈ ਲੈਂਦੇ ਨਾ ਵੀ ਮੈਂ ਟੀਵੀ 'ਤੇ ਆਉਣਾ ਆ, ਕਿਸੇ ਵੀ ਕੀਮਤ 'ਤੇ ਆਵਾਂ, ਉਹਦਾ ਬਸ ਆਹ ਹੀ ਇਸ ਟਾਈਮ ਚੱਲ ਰਿਹਾ। ਸੈਂਟਰ ਦੇ ਵਿੱਚ ਮੋਦੀ ਆ PM, ਉਹਦੀ ਨਿਗਾਹ ਤੁਸੀਂ ਦੇਖੋਗੇ ਕਿਤੇ ਵੀ ਉਹ ਚਲੇ ਜਾਵੇ, ਉਹ ਕਿਤੇ ਆ ਪਿੱਛੇ ਜੇ ਮੈਂ ਦੇਖਿਆ ਵੀ ਉਹ ਗੰਗਾ ਆਰਤੀ ਕਰਨ ਗਿਆ ਸੀ, ਉੱਥੇ ਵੀ ਉਹਦੀ ਨਿਗਾਹ ਕੈਮਰੇ ਵੱਲ ਸੀ। ਤਾਂ ਉਹੀ ਹਾਲ ਉਹਨੂੰ ਵੀ ਫੋਲੋ ਅੱਗੇ ਸਾਡੇ ਚੰਨੀ ਸਾਹਿਬ ਦਾ। ਸਰਕਾਰ ਦੇ ਕੋਲ ਮਸ਼ੀਨਰੀ ਹੈ, ਸਰਕਾਰ ਦੇ ਕੋਲ ਪਲ ਪਲ ਦੀ ਅਪਡੇਟ ਹੈ ਕਿ ਕਿਹੜੇ ਗਲੀ ਮੁਹੱਲੇ ਦੇ ਵਿੱਚ ਕੀ ਹੋ ਰਿਹਾ ਜਾਂ ਕੀ ਹੋਣ ਜਾ ਰਿਹਾ। ਇੰਟੈਲੀਜੈਂਸ ਦਾ ਕੰਮ ਹੈ ਇੱਕ ਮਹਿਕਮਾ ਸਰਕਾਰ ਦਾ, ਉਸ ਦੇ ਬਾਵਜੂਦ ਤੇ ਬੇਅਦਬੀਆਂ ਦਾ ਹੋਣਾ ਤੇ ਉਹਨਾਂ ਦਾ ਪਤਾ ਹੀ ਨਾ ਲੱਗਣਾ ਕਿ ਕੌਣ ਲੋਕ ਕਰ ਰਹੇ ਨੇ। ਕੀ ਸਮਝਦੇ ਹੋ ਕਿ ਸਿਆਸੀ ਚਾਲ ਹੈ ਜਾਂ ਕਿਤੇ ਨਾ ਕਿਤੇ ਨਜ਼ਰਅੰਦਾਜ਼ੀ ਹੈ ਜਾਂ ਸਰਕਾਰ ਨੂੰ ਪਤਾ ਹੀ ਨਹੀਂ ਕੀ ਕੁਝ ਹੋ ਰਿਹਾ? ਮੈਂ ਸਮਝਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਜ਼ਿਆਦਾ ਜ਼ਿੰਮੇਵਾਰ, ਕਿਉਂਕਿ ਕੇਂਦਰ ਦੇ ਵਿੱਚ ਆਲਰੇਡੀ ਇੱਕ BJP ਸਰਕਾਰ ਜਿਹੜੀ ਚਲਾ ਰਹੀ ਹੈ, ਔਰ BJP ਨੂੰ ਕੌਣ ਚਲਾ ਰਿਹਾ ਆ? BJP ਨੂੰ ਚਲਾ ਰਹੇ ਨੇ ਕੋਈ ਅੰਬਾਨੀ, ਕੋਈ ਅਡਾਨੀ, ਕੋਈ। ਇਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਫਾਇਦਾ ਲੈਣ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦਾ। ਇਹਦੇ ਵਿੱਚ ਕੇਂਦਰ ਦੇ ਗ੍ਰਹਿ ਮੰਤਰੀ ਦਾ ਰੋਲ ਵੀ ਜਿਹੜਾ ਆ ਨਾ, ਉਹ ਵੀ ਜਿਹੜਾ ਆ ਸ਼ੱਕ ਦੇ ਘੇਰੇ। ਅਸੀਂ ਬੈਨਰ ਪੜ੍ਹਦੇ ਸੁਣਦੇ ਦੇਖਦੇ ਹਾਂ ਰੋਜ਼। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹੁਣ ਤਾਂ ਮੀਮਸ ਵੀ ਬਣਨ ਲੱਗ ਗਏ, ਲੋਕ ਮਖੌਲ ਵੀ ਉਡਾਉਣ ਲੱਗ ਗਏ। ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ, ਪਰੰਤੂ ਬੇਅਦਬੀਆਂ ਤੋਂ ਵੱਡਾ ਕਿਹੜਾ ਮੁੱਦਾ ਹੋ ਸਕਦਾ? ਜਦੋਂ ਤੋਂ ਕਾਂਗਰਸ ਸਰਕਾਰ ਆਈ, ਕਾਂਗਰਸ ਸਰਕਾਰ ਪਹਿਲੇ ਦਿਨ ਗੁਟਕਾ ਸਾਹਿਬ ਦੀ ਸਹੁੰ ਚੱਕੀ ਸੀ ਇਹਨਾਂ ਨੇ ਵੀ ਅਸੀਂ ਸਭ ਤੋਂ ਪਹਿਲਾਂ ਆ ਕੇ ਬੇਅਦਬੀਆਂ ਨੂੰ ਖਤਮ ਕਰਾਂਗੇ, ਜਾਂ ਬੇਅਦਬੀਆਂ ਜੋ ਹੋ ਰਹੀਆਂ ਉਹਨਾਂ ਦੇ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਅੰਦਰ ਦੇਵਾਂਗੇ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸੇ ਦਿਨ ਇੱਕ ਗੱਲ ਕਹੀ ਸੀ, ਜਿਸ ਨੇ ਬੇਅਦਬੀਆਂ ਕਰਵਾਈਆਂ ਜਾਂ ਜਿਸ ਦਾ ਇਹਦੇ ਵਿੱਚ ਹੱਥ ਆ ਉਹਦਾ ਕੱਖ ਨਾ ਰਹੇ। ਤਾਂ ਉਹ ਅੱਜ ਤੁਸੀਂ ਭਲੀ ਭਾਂਤੀ ਕਾਂਗਰਸ ਦਾ ਹਾਲ ਦੇਖ ਰਹੇ ਹੋ, ਸਾਰੀ ਖੇਰੂ ਹੋਈ ਪਈ। ਬੇਅਦਬੀਆਂ ਅਗਰ ਵਾਕਈ ਉਹਦੇ ਵਿੱਚ ਅਕਾਲੀ ਦਲ ਦਾ ਜਾਂ ਅਕਾਲੀਆਂ ਦਾ ਕਿਸੇ ਦਾ ਵੀ ਕੋਈ ਹੱਥ ਹੈ ਤਾਂ ਕਿਉਂ ਨਹੀਂ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰਦੀ? ਡਾਕ ਟੈਲੀਵਿਜ਼ਨ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਗੋਬਿੰਦਜੀਤ ਸਿੰਘ ਇੱਕ ਵਾਰੀ ਫਿਰ ਤੋਂ ਕਰਦਾ ਹਾਂ ਸਵਾਗਤ। ਤੇ ਗੱਲਬਾਤ ਅੱਜ ਇੱਕ ਵਾਰੀ ਫਿਰ ਤੋਂ ਕਰਾਂਗੇ ਪ੍ਰਸਿੱਧ ਵਕੀਲ ਸਮਾਜ ਸੇਵੀ ਸ਼ਮਸ਼ੇਰ ਸਿੰਘ ਭਾਰਦਵਾਜ ਹੁਣਾਂ ਨਾਲ, ਜਿਨ੍ਹਾਂ ਦਾ ਸਿਆਸਤ ਵਿੱਚ ਵੀ ਲੰਬਾ ਤਜਰਬਾ ਹੈ। ਕੀ ਸਮੀਕਰਨ ਬਣਨਗੇ ਆਉਣ ਵਾਲੇ ਦਿਨਾਂ ਦੇ ਵਿੱਚ? ਪੰਜਾਬ ਦੇ ਵਿੱਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜਿਸ ਤੋਂ ਲੋਕਾਂ ਨੂੰ ਵੀ ਜਿਹੜੀ ਕਿਤੇ ਨਾ ਕਿਤੇ ਦੁਚਿੱਤੀ ਹੈ ਕਿ ਆਖਰ ਸਰਕਾਰ ਕਿਸ ਦੀ ਬਣੇਗੀ, ਕਿਸ ਦੇ ਝੰਡੇ ਬੁਲੰਦ ਹੋਣਗੇ। ਗੱਲਬਾਤ ਕਰਦੇ ਹਾਂ ਕੀ ਸਮੀਕਰਨ ਬਣਨਗੇ। ਸ਼ਮਸ਼ੇਰ ਸਿੰਘ ਭਾਰਦਵਾਜ ਜੀ, ਡਾਕ ਟੈਲੀਵਿਜ਼ਨ ਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦਲਿਤ ਕਾਰਡ ਹਰ ਸਿਆਸੀ ਪਾਰਟੀ ਖੇਡਣਾ ਚਾਹੁੰਦੀ ਹੈ ਇਸ ਵਾਰੀ ਚੋਣਾਂ ਦੇ ਵਿੱਚ। ਕੀ ਲੱਗਦਾ ਹੈ ਕਿ ਸਿਆਸੀ ਜਿਹੜੇ ਦਲ ਨੇ ਉਹਨਾਂ ਦੇ ਕੋਲ ਹੁਣ ਉਹ ਉਹਨਾਂ ਮੁੱਦਿਆਂ 'ਤੇ ਗੱਲ ਕਰਨਾ ਨਹੀਂ ਚਾਹੁੰਦੇ ਜਾਂ ਉਹਨਾਂ ਨੂੰ ਮੁੱਦੇ ਨਜ਼ਰ ਨਹੀਂ ਆ ਰਹੇ? ਕੇਜਰੀਵਾਲ ਸਾਹਿਬ ਹੋ ਜਾਣ, ਚੰਨੀ ਸਾਹਿਬ ਹੋ ਜਾਣ, ਚਾਹੇ ਤੁਸੀਂ ਗੱਲ ਕੀਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਸਾਰੇ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕਿਉਂ ਕਰ ਰਹੇ ਨੇ? ਦੇਖੋ, ਪੰਜਾਬ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ 37% ਜਿਹੜਾ ਦਲਿਤ ਭਾਈਚਾਰਾ ਆ, ਔਰ ਦਲਿਤ ਭਾਈਚਾਰਾ ਹਮੇਸ਼ਾ ਹੀ ਇਸ ਗੱਲ ਕਰਕੇ ਪਿੱਛੇ ਰਹਿ ਜਾਂਦਾ ਸੀ ਵੀ ਉਹਨਾਂ ਨੂੰ ਕੋਈ ਜਿਹੜਾ ਵਧੀਆ ਰੀਪ੍ਰੈਜ਼ੈਂਟੇਸ਼ਨ ਜਾਂ ਵਧੀਆ ਜਿਹੜਾ ਆ ਪਲੇਟਫਾਰਮ ਨਹੀਂ ਸੀ ਮਿਲ ਰਿਹਾ। ਇਸ ਵਾਰ ਅਕਾਲੀ ਦਲ ਦੇ ਨਾਲ ਜੋ ਬਹੁਜਨ ਸਮਾਜ ਪਾਰਟੀ ਦਾ ਇੱਕ ਗੱਠਜੋੜ ਹੋਇਆ, ਇਹ ਇਤਿਹਾਸਕ ਗੱਠਜੋੜ ਆ। ਬਹੁਜਨ ਸਮਾਜ ਪਾਰਟੀ ਪਹਿਲਾਂ ਹੀ ਦਲਿਤਾਂ ਦੀ ਗੱਲ ਕਰਦੀ ਹੈ, ਦਲਿਤਾਂ ਦੀ ਪਾਰਟੀ ਹੈ, ਦਲਿਤਾਂ ਦੇ ਮੁੱਦੇ ਉਠਾਉਣੇ, ਪਰ ਉਹ ਕਿਤੇ ਨਾ ਕਿਤੇ ਜਿਹੜੇ ਨੇ ਉਹਨਾਂ ਦੀ ਢਿੱਲ ਮੱਠ ਜਿਹੜੀ ਹੈ ਜਾਂ ਉਹਨਾਂ ਦੀ ਕਹਿ ਲਈਏ ਕਿ ਸਰਕਾਰ ਨਹੀਂ ਕਾਇਮ ਹੋ ਸਕੀ। ਕੀ ਲੱਗਦਾ ਕਿ ਦਲਿਤ ਆਬਾਦੀ ਤੁਸੀਂ ਦੱਸਿਆ ਕਿ 37% ਹੈ, ਸਰਕਾਰ ਨਹੀਂ ਬਣਾ ਪਾਏ, ਹੁਣ ਗਠਬੰਧਨ ਕਰਨਾ ਪੈ ਗਿਆ? ਦੇਖੋ, ਬਹੁਜਨ ਸਮਾਜ ਪਾਰਟੀ ਜਿਹੜੀ ਆ ਉਹ ਇੱਕ ਰਾਸ਼ਟਰੀ ਪਾਰਟੀ ਆ ਜੋ ਮੈਂ ਸਮਝਦਾ, ਅਤੇ ਉਹਨਾਂ ਨੂੰ ਇਕੱਲੇ ਪੰਜਾਬ ਤੋਂ ਹੀ ਨਹੀਂ, ਉਹਨਾਂ ਨੇ ਪੂਰੇ ਇੰਡੀਆ ਦੇ ਵਿੱਚ ਆਪਣੇ ਪੈਰ ਪਸਾਰੇ ਹੋਏ। ਇਸ ਕਰਕੇ ਉਹ ਕਿਤੇ ਨਾ ਕਿਤੇ ਉਹ ਪੰਜਾਬ ਦੇ ਉੱਤੇ ਫੋਕਸ ਨਹੀਂ ਕਰ ਪਾਉਂਦੇ, ਜਿਸ ਕਰਕੇ ਹਰ ਵਾਰ ਉਹ ਪਿੱਛੇ ਰਹਿ ਜਾਂਦੇ। ਪਰ ਇਸ ਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਵੱਡੀ ਸੋਚ ਆ, ਉਸ ਚੀਜ਼ ਦੇ ਨਾਲ ਉਹਨਾਂ ਨੇ ਕੰਧੇ ਨਾਲ ਕੰਧਾ, ਮੋਢੇ ਨਾਲ ਮੋਢਾ ਜੋੜਿਆ ਔਰ ਆਪਣੇ ਆਪ ਨੂੰ ਕਿਹਾ ਵੀ ਨਹੀਂ, ਅਸੀਂ ਇੱਥੇ ਗਠਬੰਧਨ ਕਰਕੇ ਤੁਹਾਡੇ ਨਾਲ ਚੋਣਾਂ ਲੜਾਂਗੇ।
ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਤੇ ਉਸੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਲਗਾਤਾਰ ਬੇਅਦਬੀਆਂ ਹੁੰਦੀਆਂ ਆ ਰਹੀਆਂ ਨੇ। ਤਾਂ ਸਿਆਸੀ ਦਲ ਬੇਸ਼ੱਕ ਸਟੇਜ ਤੇ ਜਿਹੜੇ ਨੇ ਜਾਂ ਅਖਬਾਰੀ ਬਿਆਨ ਤਾਂ ਜ਼ਰੂਰ ਜਾਰੀ ਕਰ ਰਹੇ ਨੇ, ਪਰੰਤੂ ਮਸਲੇ ਦਾ ਹੱਲ ਕਿਤੇ ਵੀ ਗਰਾਊਂਡ ਲੈਵਲ ਤੇ ਹੁੰਦਾ ਨਜ਼ਰ ਨਹੀਂ ਆ ਰਿਹਾ। ਕੀ ਸਮਝਦੇ ਹੋ? ਮੈਂ ਇੱਥੇ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ। ਦੇਖੋ, ਇਹ ਤਾਂ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਆ। ਦੇਖਣ ਵਾਲੀ ਗੱਲ ਇਹ ਆ ਵੀ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ, ਤਿਉਂ-ਤਿਉਂ ਬੇਅਦਬੀਆਂ ਵੱਧ ਰਹੀਆਂ। ਇਹ ਇੱਕ ਬਹੁਤ ਹੀ ਚਿੰਤਾਜਨਕ ਵਿਸ਼ਾ ਆ, ਜਿੱਤੇ ਬਹੁਤ ਗੰਭੀਰਤਾ ਦੇ ਨਾਲ ਸਾਰੀਆਂ ਪਾਰਟੀਆਂ ਨੂੰ ਰਲ ਕੇ ਵਿਚਾਰ ਕਰਨਾ ਚਾਹੀਦਾ। ਤੁਸੀਂ ਵਕੀਲ ਹੋ, ਪੇਸ਼ੇ ਤੋਂ ਵਕੀਲ ਹੋ, ਵੱਡਾ ਤਜਰਬਾ ਤੁਹਾਡੇ ਕੋਲ ਵਕਾਲਤ ਦਾ ਵੀ ਹੈ, ਤੁਹਾਨੂੰ ਸਾਰਾ ਸਿਸਟਮ ਦਾ ਪਤਾ ਕਿ ਕਿਸ ਤਰ੍ਹਾਂ ਦੇਸ਼ ਦਾ ਸਿਸਟਮ ਚੱਲਦਾ, ਕਿਵੇਂ ਕਾਨੂੰਨ ਕੀ ਕੁਝ ਕਹਿੰਦਾ। ਬੇਅਦਬੀਆਂ ਹੋ ਰਹੀਆਂ ਨੇ, ਸਰਕਾਰ ਦੇ ਕੋਲ ਇੰਟੈਲੀਜੈਂਸ ਹੈ, ਸਰਕਾਰ ਦੇ ਕੋਲ ਮਸ਼ੀਨਰੀ ਹੈ, ਸਰਕਾਰ ਦੇ ਕੋਲ ਪਲ ਪਲ ਦੀ ਅਪਡੇਟ ਹੈ ਕਿ ਕਿਹੜੇ ਗਲੀ ਮੁਹੱਲੇ ਦੇ ਵਿੱਚ ਕੀ ਹੋ ਰਿਹਾ ਜਾਂ ਕੀ ਹੋਣ ਜਾ ਰਿਹਾ। ਇੰਟੈਲੀਜੈਂਸ ਦਾ ਕੰਮ ਹੈ ਇੱਕ ਮਹਿਕਮਾ ਸਰਕਾਰ ਦਾ, ਉਸ ਦੇ ਬਾਵਜੂਦ ਬੇਅਦਬੀਆਂ ਦਾ ਹੋਣਾ ਤੇ ਉਹਨਾਂ ਦਾ ਪਤਾ ਹੀ ਨਾ ਲੱਗਣਾ ਕਿ ਕੌਣ ਲੋਕ ਕਰ ਰਹੇ ਨੇ। ਕੀ ਸਮਝਦੇ ਹੋ ਕਿ ਸਿਆਸੀ ਚਾਲ ਹੈ ਜਾਂ ਕਿਤੇ ਨਾ ਕਿਤੇ ਨਜ਼ਰਅੰਦਾਜ਼ੀ ਹੈ ਜਾਂ ਸਰਕਾਰ ਨੂੰ ਪਤਾ ਹੀ ਨਹੀਂ ਕੀ ਕੁਝ ਹੋ ਰਿਹਾ ਗਰਾਊਂਡ 'ਤੇ? ਮੈਂ ਸਮਝਦਾ ਵੀ ਮੈਂ ਖੁੱਲ੍ਹ ਕੇ ਇਸ ਵਿਸ਼ੇ 'ਤੇ ਗੱਲ ਕਰ ਰਿਹਾ ਵੀ ਮੈਂ ਸਮਝਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਜ਼ਿਆਦਾ ਜ਼ਿੰਮੇਵਾਰ ਆ, ਕਿਉਂਕਿ ਕੇਂਦਰ ਦੇ ਵਿੱਚ ਆਲਰੇਡੀ ਇੱਕ ਬੀਜੇਪੀ ਸਰਕਾਰ ਜਿਹੜੀ ਚਲਾ ਰਹੀ ਹੈ। ਔਰ ਬੀਜੇਪੀ ਨੂੰ ਕੌਣ ਚਲਾ ਰਿਹਾ ਆ? ਬੀਜੇਪੀ ਨੂੰ ਚਲਾ ਰਹੇ ਨੇ ਕੋਈ ਅੰਬਾਨੀ, ਕੋਈ ਅਡਾਨੀ, ਕੋਈ। ਇਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਫਾਇਦਾ ਲੈਣ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਇਹਦੇ ਵਿੱਚ ਕੇਂਦਰ ਦੇ ਗ੍ਰਹਿ ਮੰਤਰੀ ਦਾ ਰੋਲ ਵੀ ਜਿਹੜਾ ਆ ਨਾ, ਉਹ ਵੀ ਜਿਹੜਾ ਆ ਸ਼ੱਕ ਦੇ ਘੇਰੇ ਵਿੱਚ ਆ। ਕੀ ਲੱਗਦਾ ਕੀ ਹੈ ਕਿ ਬੇਅਦਬੀਆਂ ਹੋ ਰਹੀਆਂ ਨੇ? ਗੱਲ ਮੈਂ ਸਵਾਲ ਉਹੀ ਦੁਹਰਾਉਣਾ ਕਿ ਸਰਕਾਰ ਹੈ, ਮੁੱਖ ਮੰਤਰੀ ਚੰਨੀ ਨੇ, ਅਸੀਂ ਬੈਨਰ ਪੜ੍ਹਦੇ ਸੁਣਦੇ ਦੇਖਦੇ ਹਾਂ ਰੋਜ਼। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹੁਣ ਤਾਂ ਮੀਮਸ ਵੀ ਬਣਨ ਲੱਗ ਗਏ, ਲੋਕ ਮਖੌਲ ਵੀ ਉਡਾਉਣ ਲੱਗ ਗਏ। ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਪਰੰਤੂ ਬੇਅਦਬੀਆਂ ਤੋਂ ਵੱਡਾ ਕਿਹੜਾ ਮੁੱਦਾ ਹੋ ਸਕਦਾ? ਬਾਕੀ ਮੁੱਦੇ ਵੀ ਜ਼ਰੂਰੀ ਨੇ, ਸਿੱਖਿਆ ਸਿਹਤ ਵੀ ਜ਼ਰੂਰੀ ਹੈ, ਸਿੱਧਾ ਸਾਡੇ ਤੁਹਾਡੇ ਹਰੇਕ ਆਮ ਖਾਸ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਪਰੰਤੂ ਬੇਅਦਬੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ। ਜਦੋਂ ਤੋਂ ਕਾਂਗਰਸ ਸਰਕਾਰ ਆਈ, ਕਾਂਗਰਸ ਸਰਕਾਰ ਪਹਿਲੇ ਦਿਨ ਗੁਟਕਾ ਸਾਹਿਬ ਦੀ ਸਹੁੰ ਚੱਕੀ ਸੀ ਇਹਨਾਂ ਨੇ ਵੀ ਅਸੀਂ ਸਭ ਤੋਂ ਪਹਿਲਾਂ ਆ ਕੇ ਬੇਅਦਬੀਆਂ ਨੂੰ ਖਤਮ ਕਰਾਂਗੇ, ਜਾਂ ਬੇਅਦਬੀਆਂ ਜੋ ਹੋ ਰਹੀਆਂ ਉਹਨਾਂ ਦੇ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਅੰਦਰ ਦੇਵਾਂਗੇ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸੇ ਦਿਨ ਇੱਕ ਗੱਲ ਕਹੀ ਸੀ, ਜਿਸ ਨੇ ਬੇਅਦਬੀਆਂ ਕਰਵਾਈਆਂ ਜਾਂ ਜਿਸ ਦਾ ਇਹਦੇ ਵਿੱਚ ਹੱਥ ਆ ਉਹਦਾ ਕੱਖ ਨਾ ਰਹੇ। ਤਾਂ ਉਹ ਅੱਜ ਤੁਸੀਂ ਭਲੀ ਭਾਂਤੀ ਕਾਂਗਰਸ ਦਾ ਹਾਲ ਦੇਖ ਰਹੇ ਹੋ, ਸਾਰੀ ਖੇਰੂ ਹੋਈ ਪਈ ਹੈ। ਬੇਅਦਬੀਆਂ ਅਗਰ ਵਾਕਈ ਉਹਦੇ ਵਿੱਚ ਅਕਾਲੀ ਦਲ ਦਾ ਜਾਂ ਅਕਾਲੀਆਂ ਦਾ ਕਿਸੇ ਦਾ ਵੀ ਕੋਈ ਹੱਥ ਹੈ ਤਾਂ ਕਿਉਂ ਨਹੀਂ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੀ? ਮੈਂ ਕਿਸੇ ਬੁੱਧੀਜੀਵੀ ਨਾਲ ਗੱਲਬਾਤ ਕਰ ਰਿਹਾ ਸੀ ਆਫ ਕੈਮਰਾ, ਉਹਨਾਂ ਨੇ ਗੱਲ ਕੀਤੀ ਕਿ ਕਾਕਾ ਪਹਿਲਾਂ ਤਾਂ ਇਹ 84 ਦੇ ਨਾਮ 'ਤੇ ਸਿਆਸਤਦਾਨ ਜਿਹੜੇ ਨੇ ਵੋਟਾਂ ਬਟੋਰਦੇ ਆਏ ਨੇ। 84 ਨੂੰ ਇਹਨਾਂ ਨੇ ਇਲੈਕਸ਼ਨ ਵੇਲੇ ਵਰਤਣਾ ਹੁੰਦਾ, ਉਦੋਂ ਇਹ ਗੱਲ 84 ਦੀ ਕਰਨ ਲੱਗ ਜਾਂਦੇ ਨੇ। ਅਤੇ ਇਸ ਵਾਰੀ ਨੋਟਿਸ ਜ਼ਰੂਰ ਕਰਿਓ। ਉਹਨਾਂ ਨੇ ਸਾਨੂੰ ਵੀ ਅਪੀਲ ਕੀਤੀ ਕਿ ਇਸ ਵਾਰੀ ਇਹ 84 ਦੀ ਗੱਲ ਘੱਟ ਕਰ ਰਹੇ ਨੇ ਸਾਰੇ ਸਿਆਸਤਦਾਨ, ਇਹ ਗੱਲ ਕਰ ਰਹੇ ਨੇ ਬੇਅਦਬੀਆਂ ਦੀ। ਹੁਣ ਇਹ ਬੇਅਦਬੀਆਂ ਦੇ ਨਾਮ 'ਤੇ ਪਤਾ ਨਹੀਂ ਕਿੰਨੇ ਸਾਲ, ਕਿੰਨੇ ਦਹਾਕੇ ਜਿਹੜੇ ਨੇ ਚੋਣਾਂ ਹੋਣਗੀਆਂ ਜਦ ਤੱਕ ਕੋਈ ਵੱਡਾ ਇਸ ਤਰ੍ਹਾਂ ਦਾ ਮੁੱਦਾ ਖੜਾ ਨਹੀਂ ਹੋ ਜਾਂਦਾ। ਇਹਨਾਂ ਦਾ ਕੰਮ ਸਿਰਫ ਸਿਆਸਤ ਕਰਨਾ, ਸਿਆਸੀ ਦਲਾਂ ਦਾ। ਮੈਂ ਤੁਹਾਨੂੰ ਦੱਸਦਾ ਵੀ ਮੇਰੇ ਵੀ ਇੱਕ ਬਹੁਤ ਖਾਸ ਅਜੀਜ਼ ਮਿੱਤਰ ਨਾਲ ਮੇਰੀ ਕੱਲ੍ਹ ਗੱਲ ਹੋ ਰਹੀ ਸੀਗੀ, ਔਰ ਮੈਂ ਖੁਦ ਹੈਰਾਨ ਸੀ ਵੀ ਅਸੀਂ ਇਹ ਬੇਅਦਬੀਆਂ ਦੇ ਕਰਕੇ ਸਰਕਾਰ ਬਾਰ-ਬਾਰ ਕਰਨਾ ਕੀ ਚਾਹੁੰਦੀ ਆ, ਸਾਬਤ ਕੀ ਕਰਨਾ ਚਾਹੁੰਦੇ ਆ, ਜਾਂ ਅਸੀਂ ਕਰਵਾਉਣਾ ਕੀ ਚਾਹੁੰਦੇ? ਮੁਲਕ ਦੇ ਹਾਲਾਤ ਖਰਾਬ, ਫਾਈਨਲੀ ਤਾਂ ਇਹੀ ਹੋਏਗਾ ਨਾ। ਕੱਲ੍ਹ ਮੇਰੇ ਇੱਕ ਬਹੁਤ ਖਾਸ ਮਿੱਤਰ ਨੇ ਮੇਰੇ ਨਾਲ ਇਸੇ ਗੱਲ 'ਤੇ, ਉਹਨਾਂ ਦੀ ਤੂੰ ਮੈਂ ਹੋ ਗਈ, ਉਹਨਾਂ ਦੀ ਵਰਡਿੰਗ ਸੀਗੀ, ਔਰ ਮੈਂ ਉਹਨਾਂ ਦੀ ਵਰਡਿੰਗ ਇੱਥੇ ਇਸ ਟਾਈਮ ਤੁਹਾਡੇ ਚੈਨਲ 'ਤੇ ਬੋਲ ਨਹੀਂ ਸਕਦਾ। ਮਤਲਬ ਉਹ ਵੀ ਕਹਿ ਰਹੇ ਸੀਗੇ ਵੀ ਨਹੀਂ ਜੀ ਸਾਡੇ ਨਾਲ 84 ਵਿੱਚ ਵੀ ਮਾੜਾ ਹੋਇਆ, ਮਤਲਬ ਉਹ ਇਸ ਚੀਜ਼ ਨੂੰ ਆਪਣੇ 'ਤੇ ਲੈ ਗਏ। ਸੋ ਮੈਂ ਸਮਝਦਾ ਵੀ ਅਗਰ ਇਹਨਾਂ ਚੀਜ਼ਾਂ ਨੂੰ ਠੱਲ ਨਾ ਪਾਈ ਗਈ, ਸਰਕਾਰ ਨੇ ਸਮਾਂ ਰਹਿੰਦੇ ਹੋਏ ਕੋਈ ਸਖਤ ਕਦਮ ਨਾ ਚੁੱਕੇ, ਤਾਂ ਇਹਦਾ ਖਮਿਆਜ਼ਾ ਬਹੁਤ ਮਾੜਾ ਹੋਏਗਾ, ਆਪਾਂ ਨੂੰ ਭੁਗਤਣਾ ਪਏਗਾ। ਆਮ ਆਦਮੀ ਪਾਰਟੀ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਕੇਜਰੀਵਾਲ ਸਾਹਿਬ ਲਗਾਤਾਰ ਪੰਜਾਬ ਦੇ ਗੇੜੇ ਕੱਢ ਰਹੇ ਨੇ, ਲਗਾਤਾਰ ਰੈਲੀਆਂ ਹੋ ਰਹੀਆਂ ਨੇ, ਭਗਵੰਤ ਮਾਨ ਜਿਹੜੇ ਨੇ ਸਪੀਚ ਕਰ ਰਹੇ ਨੇ, ਲੋਕਾਂ ਨੂੰ ਉਹ ਵੀ ਪਸੰਦ ਆ ਰਹੇ ਨੇ। ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵੱਡੇ ਮੁੱਦਿਆਂ ਦੇ ਵਿੱਚੋਂ ਇੱਕ ਮੁੱਦਾ ਜਿਹੜਾ ਆ ਸਿਹਤ ਦਾ, ਕਿਉਂਕਿ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਅਤੇ ਹਰ ਕੋਈ ਕੋਸ਼ਿਸ਼ ਕਰਦਾ ਕਿ ਨਿੱਜੀ ਹਸਪਤਾਲ ਦੇ ਵਿੱਚ ਜਾਈਏ, ਜਿਹਦੀ ਹੈਸੀਅਤ ਨਹੀਂ ਹੁੰਦੀ, ਅੰਤ ਉਹੀ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਜਾਂਦਾ, ਜਾਂ ਜੇ ਜਾਵੇ ਵੀ ਕੋਈ ਤਾਂ ਉੱਥੇ ਇਲਾਜ ਦੀ ਜਿਹੜੀ ਸਹੂਲਤ ਕਿੰਨੀ ਕੁ ਆ ਸਾਰਿਆਂ ਨੂੰ ਪਤਾ। ਉਹਨਾਂ ਨੇ ਸਿੱਖਿਆ ਦੀ ਗੱਲ ਕੀਤੀ, ਸਿਹਤ ਦੀ ਗੱਲ ਕੀਤੀ, ਜਿਹਦੇ ਲੋਕ ਉਹਨਾਂ ਨੂੰ ਬਿਆਨ ਪਸੰਦ ਕਰ ਰਹੇ ਨੇ। ਕਿੱਦਾਂ ਦੇਖਦੇ ਹੋ ਕੇਜਰੀਵਾਲ ਸਾਹਿਬ ਦਾ ਵਾਰ-ਵਾਰ ਪੰਜਾਬ ਆਉਣਾ? ਦੇਖੋ, ਕੇਜਰੀਵਾਲ ਸਾਹਿਬ ਨੂੰ ਹਮੇਸ਼ਾ ਚੋਣਾਂ ਵਾਲੇ ਸਾਲ ਵਿੱਚ ਹੀ ਜਾ ਕੇ ਪੰਜਾਬ ਦੀ ਯਾਦ ਕਿਉਂ ਆਉਂਦੀ? ਇਹ ਸਿਰਫ ਤੇ ਸਿਰਫ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਕਰ ਰਹੇ ਨੇ, ਹੋਰ ਕੁਝ ਨਹੀਂ ਕਰ ਰਹੇ। ਅਗਰ ਕੇਜਰੀਵਾਲ ਸਾਹਿਬ ਗਰੰਟੀਆਂ ਦੇ ਰਹੇ ਨੇ ਤਾਂ ਇਹ ਖੁਦ ਦੱਸਣ ਵੀ ਇਹਨਾਂ ਦੀ ਦਿੱਲੀ ਦੇ ਵਿੱਚ ਸਰਕਾਰ ਆ, ਦਿੱਲੀ ਦੇ ਵਿੱਚ ਕਿੰਨੇ ਸਿੱਖ ਚਿਹਰੇ ਇਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਮੰਤਰੀ ਆ, ਦਿੱਲੀ ਦੇ ਵਿੱਚ ਕਿੰਨੇ ਲੋਕਾਂ ਨੂੰ 1000 ਰੁਪਈਆ ਮਹੀਨੇ ਦਾ ਲੇਡੀਜ਼ ਨੂੰ ਦੇ ਰਹੇ ਆ,
ਦਿੱਲੀ ਦੇ ਵਿੱਚ ਕਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਦੇ ਰਹੇ ਆ। ਪਰ ਜਿਹੜੇ ਉਹਨਾਂ ਦੇ ਆਈਟੀ ਸੈੱਲ ਆ ਜਾਂ ਜਿਹੜੇ ਉਹਨਾਂ ਦੇ ਪੇਜਿਸ ਬਣੇ ਹੋਏ ਨੇ, ਉੱਥੇ ਜਿਹੜੀਆਂ ਵੀਡੀਓਜ਼ ਅਸੀਂ ਦੇਖਦੇ ਨੇ ਉਹ ਬੜੀਆਂ ਦਿਲ ਖਿੱਚਵੀਆਂ, ਬੜੀਆਂ ਦਿਲਚਸਪ। ਫਿਰ ਤਾਂ ਦਿਲ ਕਰਦਾ ਵੀ ਮੱਲੋ ਮੱਲੀ ਵੋਟ ਜਿਹੜਾ ਆਪ ਵਾਲਾ ਦੱਬਿਆ ਹੀ ਹੈ। ਇਹ ਤਾਂ ਦੇਖੋ ਸਰਕਾਰਾਂ ਦੇ ਹਾਲਾਤ ਇਹ ਆ, ਉਹਦੇ ਕੋਲ ਇੱਕ ਸਰਕਾਰ ਆ, ਇੱਕ ਉਹਦੇ ਕੋਲ ਸਰਕਾਰੀ ਖਜ਼ਾਨਾ ਆ, ਉਹਦੀ ਉਹ ਰੱਜ ਕੇ ਦੱਬ ਕੇ ਦੁਰਵਰਤੋਂ ਕਰ ਰਿਹਾ। ਇਸੇ ਤਰ੍ਹਾਂ ਸਾਡੀ ਪੰਜਾਬ ਸਰਕਾਰ, ਚੰਨੀ ਕੋਈ 36 ਬੰਦੇ ਦੱਸਦੇ ਲਿਆ ਕੇ ਮੁੱਖ ਮੰਤਰੀ ਸਾਡੇ ਪੰਜਾਬ ਦਾ ਵੀ ਆਹ 36 ਬੰਦੇ ਜਿਹੜੇ ਮੈਂ ਪੱਕੇ ਕੀਤੇ ਆ। ਇੱਕ 36000 ਬੰਦਿਆਂ ਦੀ ਐਡ ਪੂਰੇ ਪੰਜਾਬ ਦੇ ਵਿੱਚ ਲਗਾਤੀ ਹੈ ਵੀ 36000 ਕੱਚੇ ਮੁਲਾਜ਼ਮ ਪੱਕੇ ਕੀਤੇ, ਔਰ ਉਸ ਐਡ ਦੇ ਉੱਤੇ ਉਸ ਚੀਜ਼ ਨੂੰ ਚਮਕਾਉਣ ਦੇ ਲਈ ਪੰਜਾਬ ਸਰਕਾਰ ਦਾ 10,000 ਕਰੋੜ ਰੁਪਈਆ ਲੱਗ ਚੁੱਕਾ। ਇਹ ਤਾਂ ਸਰਕਾਰਾਂ, ਚਾਹੇ ਦਿੱਲੀ ਦੇ ਵਿੱਚ ਕੇਜਰੀਵਾਲ ਆ, ਚਾਹੇ ਪੰਜਾਬ ਦੇ ਵਿੱਚ ਚੰਨੀ ਆ, ਸਰਕਾਰੀ ਖਜ਼ਾਨੇ ਦੀ ਰੱਜ ਕੇ ਲੁੱਟ ਖਸੁੱਟ ਕਰ ਰਹੇ ਆ। ਫਿਰ ਕੀ ਕਹੀਏ ਕਿ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਫਲੈਕਸ ਲਾਉਣ ਦਾ ਕੰਮ। ਬਿਲਕੁਲ ਚੰਨੀ, ਬਿਲਕੁਲ ਫਲੈਕਸ। ਚੰਨੀ ਨੂੰ ਇਸ ਟਾਈਮ ਇੱਕ ਮੌਕਾ ਮਿਲਿਆ ਹੈ, ਜਿਸ ਤਰ੍ਹਾਂ ਘਰਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਲੈ ਲੈਂਦੇ ਨਾ ਵੀ ਮੈਂ ਟੀਵੀ ਤੇ ਆਉਣਾ ਆ, ਕਿਸੇ ਵੀ ਕੀਮਤ ਤੇ ਆਵਾਂ, ਉਹਦਾ ਬਸ ਆਹ ਹੀ ਇਸ ਟਾਈਮ ਚੱਲ ਰਿਹਾ। ਇੱਕ ਸਾਡਾ ਸੈਂਟਰ ਦੇ ਵਿੱਚ ਮੋਦੀ ਆ, PM, ਉਹਦੀ ਨਿਗਾਹ ਤੁਸੀਂ ਦੇਖੋਗੇ ਕਿਤੇ ਵੀ ਉਹ ਚਲੇ ਜਾਵੇ, ਉਹ ਕਿਤੇ ਪਿੱਛੇ ਜੇ ਮੈਂ ਦੇਖਿਆ ਵੀ ਉਹ ਗੰਗਾ ਆਰਤੀ ਕਰਨ ਗਿਆ ਸੀ, ਉੱਥੇ ਵੀ ਉਹਦੀ ਨਿਗਾਹ ਕੈਮਰੇ ਵੱਲ ਸੀ। ਤਾਂ ਉਹੀ ਹਾਲ ਉਹਨੂੰ ਵੀ ਫੋਲੋ ਅੱਗੇ ਸਾਡੇ ਚੰਨੀ ਸਾਹਿਬ ਕਰ ਰਹੇ। ਪਰ ਜਿਹੜੇ ਉਹਨਾਂ ਦੇ ਸਮਰਥਕ ਨੇ, ਚਾਹੇ ਉਹ ਤੁਸੀਂ ਗੱਲ ਮੋਦੀ ਦੀ ਕੀਤੀ, ਚਾਹੇ ਉਹ ਸਾਡੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਗੱਲ ਤੁਸੀਂ ਕੀਤੀ, ਉਹਨਾਂ ਦੇ ਸਮਰਥਕ ਕਹਿੰਦੇ ਜੀ ਤਾਂ ਕੀ ਹੋ ਗਿਆ, ਇੱਕ ਐਡੀ ਵੱਡੀ ਪਦਵੀ ਦੇ ਉੱਤੇ ਜਿਹੜਾ ਬੰਦਾ ਤੈਨਾਤ ਆ ਤਾਂ ਇੰਨੀ ਕੁ ਥੋੜ੍ਹੀ ਟੌਰ ਟਿੱਪਾ ਤਾਂ ਰੱਖਣਾ ਹੀ ਚਾਹੀਦਾ। ਉਹ ਇੱਕ ਰਬੜ ਸਟੈਂਪ ਆ। ਉਹ ਆਪਣੇ ਆਪ ਨੂੰ ਇਹ ਨਾ ਸਮਝਣ ਮੈਂ ਇਸ ਸਟੇਟ ਦਾ ਮੁੱਖ ਮੰਤਰੀ ਆ। ਇੱਕ ਮੁੱਖ ਮੰਤਰੀ ਦਾ ਵਰਡ ਜਿਹੜਾ, ਉਹਦੀ ਜਿਹੜੀ ਆ ਉਹਦੀ ਕੁਰਸੀ ਦੀ ਕੋਈ ਅਹਿਮੀਅਤ ਹੁੰਦੀ ਆ, ਉਹਦੀ ਕੋਈ ਗਰਿਮਾ ਹੁੰਦੀ ਆ। ਉਹ ਤਾਂ ਸਾਰਾ ਕੁਝ ਭੁੱਲ ਚੁੱਕੇ ਆ। ਜਿੱਥੇ ਕਿਤੇ ਢੋਲ ਵੱਜਦਾ ਉਹਨਾਂ ਨੂੰ ਭੰਗੜਾ ਚੇਤੇ ਆ ਜਾਂਦਾ। ਕੀ ਇੱਕ ਮੁੱਖ ਮੰਤਰੀ ਇਹੋ ਜਿਹੇ ਕੰਮ ਕਰਦੇ ਲੋਕਾਂ ਦੇ ਵਿੱਚ ਸ਼ੋਭਦਾ? ਨਹੀਂ, ਬਿਲਕੁਲ ਨਹੀਂ। ਮੈਂ ਸਮਝਦਾ ਵੀ ਚੰਨੀ ਸਿਰਫ ਇੱਕ ਰਬੜ ਸਟੈਂਪ ਬਣਾ ਕੇ ਕੇਂਦਰ ਦੀ ਕਾਂਗਰਸ ਨੇ ਪੰਜਾਬ ਦੇ ਵਿੱਚ ਮੋਹਰੇ ਕਰ ਦਿੱਤਾ, ਇੱਕ ਮੋਹਰਾ ਬਣਾ ਕੇ ਉਹਨੂੰ ਵਰਤ ਰਹੇ ਆ। ਅੱਜ ਤੱਕ ਦੱਸ ਦੇਵੇ ਵੀ ਕਿੰਨੇ ਜਿਹੜੇ ਇਹਨੇ ਨੋਟੀਫਿਕੇਸ਼ਨਾਂ ਕੀਤੀਆਂ ਜੋ ਇਹ ਲੋਕਾਂ ਨੂੰ, ਉਹ ਐਲਾਨ ਹੀ ਕਰੀ ਜਾਂਦਾ। ਇਹਦਾ ਨਾਮ ਕਿਸੇ ਨੇ ਸਹੀ ਪਾਇਆ ਸੀ ਐਲਾਨਜੀਤ ਸਿੰਘ ਚੰਨੀ, ਉਹ ਸਿਰਫ ਐਲਾਨ ਹੀ ਕਰੀ ਜਾ ਰਿਹਾ। ਜਿੱਥੋਂ ਨਿਕਲਦਾ ਉੱਥੇ ਐਲਾਨ, ਉੱਥੋਂ ਹੀ ਐਲਾਨ। ਕੋਈ ਇੱਕ ਨੋਟੀਫਿਕੇਸ਼ਨ ਦੱਸ ਦੇਵੇ ਵੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰ ਦਿੱਤਾ। ਅੱਜ ਦੀ ਗੱਲ ਕਰਦੇ ਆ ਅਸੀਂ, ਮੈਨੂੰ ਦੱਸ ਦਿਓ ਵੀ ਸਵੇਰੇ ਮੈਨੂੰ ਦਵਾ ਦੇਵੇ ਰੇਤਾ, ਮੈਨੂੰ ਰੇਤਾ ਚਾਹੀਦਾ, ਦਵਾ ਦੇਵੇ। 5.5 ਰੁਪਏ, 5.25 ਰੁਪਏ ਕਿੱਥੇ ਮਿਲਦਾ? ਕਿਤੇ ਨਹੀਂ ਮਿਲ ਰਿਹਾ। ਇਹ ਸਿਰਫ ਲੋਕਾਂ ਦੇ ਨਾਲ ਦੂਜੀ ਵਾਰੀ ਧੋਖਾ ਕਰਨ ਦੀ ਤਿਆਰੀ ਹੋ ਰਹੀ ਹੈ। ਉਹ ਇੱਕ ਰੇਤ ਦੇ ਡੰਪ ਤੇ ਜਾਂਦੇ ਨੇ ਤਾਂ ਉੱਥੇ ਉਹ ਇੱਕ ਨੌਜਵਾਨ ਨੂੰ ਜੱਫੀ ਪਾਉਂਦੇ ਨੇ, ਉਹਨੂੰ ਸਹੁੰ ਖਵਾਉਂਦੇ ਨੇ। ਉਹ ਕਹਿੰਦਾ ਜੀ ਨਹੀਂ ਅਸੀਂ ਤਾਂ 5 ਰੁਪਏ ਨੂੰ ਦਿੰਦੇ ਆ। ਉਹ ਕਹਿੰਦੇ ਸ਼ਾਬਾਸ਼ ਠੀਕ ਆ ਜੀ, ਤਾਂ ਉੱਥੇ ਗੱਲ ਮੁੱਕ ਜਾਂਦੀ। ਤੁਸੀਂ ਸ਼ਾਇਦ ਉਹ ਦੇਖਿਆ ਨਹੀਂ ਹੋਏਗਾ। ਉਹ ਰੇਤਾ ਦਾ ਮੇਰਾ ਖਿਆਲ ਆ, ਜੋ ਮੇਰੇ ਧਿਆਨ ਵਿੱਚ, ਉਹ ਖੱਡ ਕਿੱਥੇ ਦਾ ਸੀ? ਰੋਪੜ ਦਾ। ਜਿਹੜੀਆਂ ਖੱਡਾਂ ਦਾ ਮੈਂ ਮਾਲਕ ਹੀ ਮੈਂ ਖੁਦ ਆ। ਇੱਕ ਦਿਨ ਦੇ ਵਿੱਚ ਤਾਂ ਮੈਂ ਜੋ ਮਰਜ਼ੀ ਕਰ ਸਕਦਾ। ਜਿਹੜੀ ਚੀਜ਼ ਮੇਰੀ ਹੈਗੀ ਆ ਉਹਨੂੰ ਮੈਂ ਲੋਕਾਂ ਦੇ ਵਿੱਚ ਇੱਕ ਪ੍ਰਸਿੱਧੀ ਖੱਟਣ ਲਈ, ਇੱਕ ਐਡ ਕਰਨ ਲਈ ਜਿਸ ਤਰ੍ਹਾਂ ਮਰਜ਼ੀ ਵਰਤ ਸਕਦਾ। ਇਹ ਤਾਂ ਮੇਰੇ 'ਤੇ ਡਿਪੈਂਡ ਕਰਦਾ। ਸਹੁੰ ਖਿਲਾ ਕੇ ਹੁਣ ਮਸਲੇ ਹੱਲ ਕਰ ਰਹੇ ਨੇ ਚੰਨੀ ਸਾਹਿਬ। ਬਿਲਕੁਲ ਗਲਤ ਗੱਲ ਹੈ, ਬਿਲਕੁਲ ਝੂਠ ਹੈ। ਇਹ ਤਾਂ ਸਿਰਫ ਆਪਣਾ ਇੱਕ ਕੋਝੀ ਰਾਜਨੀਤੀ ਕਰ ਰਹੇ ਆ। ਤਾਂ ਇਹ ਸਨ ਸਾਡੇ ਨਾਲ ਸ਼ਮਸ਼ੇਰ ਸਿੰਘ ਭਾਰਦਵਾਜ, ਜਿਨ੍ਹਾਂ ਨੇ ਆਪਣੇ ਨਿੱਜੀ ਰੁਝੇਵਿਆਂ ਦੇ ਚੱਲਦਿਆਂ ਕਿਤੇ ਜਾਣਾ ਹੈ, ਜਿਸ ਦੇ ਕਾਰਨ ਸਮੇਂ ਦੀ ਉਹਨਾਂ ਦੇ ਕੋਲ ਘਾਟ ਹੈ। ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਸਰਕਾਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ, ਵਿਸ਼ੇਸ਼ ਤੌਰ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਹੈ, ਉਹ ਬੇਅਦਬੀਆਂ ਦੇ ਲਈ ਜ਼ਿੰਮੇਵਾਰ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਔਰ ਇਹ ਮਸਲਾ ਜਿਹੜਾ ਹੈ ਜਾਂ ਬੇਅਦਬੀਆਂ ਹੈ, ਇਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਅੰਦਰ ਕਿਹੋ ਜਿਹੇ ਸਮੀਕਰਨ ਬਣਦੇ ਆ, ਕਿਸ ਦੇ ਜਿਹੜੇ ਨੇ ਉਹ ਝੰਡੇ ਬੁਲੰਦ ਹੁੰਦੇ ਨੇ। ਫਿਲਹਾਲ ਦੇ ਲਈ ਕੈਮਰਾ ਪਰਸਨ ਕਮਲ ਪਟੂਆ ਦੇ ਨਾਲ ਮੈਨੂੰ ਯਾਨੀ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਡਾਕ ਟੈਲੀਵਿਜ਼ਨ, ਜੇਕਰ ਹਾਲੇ ਤੱਕ ਤੁਸੀਂ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਾਂਦਿਆਂ ਲਾਈਕ ਅਤੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਅਜਿਹੀਆਂ ਵੀਡੀਓਜ਼ ਤੇ ਜਾਣਕਾਰੀਆਂ ਲੈ ਕੇ ਸਮੇਂ-ਸਮੇਂ 'ਤੇ ਤੁਹਾਡੇ ਰੂਬਰੂ ਹੁੰਦੇ ਰਹੀਏ। ਧੰਨਵਾਦ।